ਅੱਜ ਪਰਮੇਸ਼ਵਰ ਅਨਸੰਗ ਹੋਂਗ ਜੀ ਜਿਨ੍ਹਾਂ ਨੇ ਸੀਯੋਨ ਦਾ ਨਿਰਮਾਣ ਕੀਤਾ, ਸਿਰਲੇਖ ਉਪਦੇਸ਼ ਨਾਲ ਆਓ ਅਸੀਂ ਇਕੱਠੇ ਮਿਲ ਕੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਵਰਤਮਾਨ ਵਿੱਚ ਇਸਰਾਇਲ ਅਤੇ ਫਲਸਤੀਨ ਵਿਚਕਾਰ ਮਹੱਤਵਪੂਰਨ ਤਣਾਅ ਹੈ। ਇਸ ਕਾਰਨ ਸੰਯੁਕਤ ਰਾਸ਼ਟਰ ਅਤੇ ਪੂਰੀ ਦੁਨੀਆ ਚਿੰਤਤ ਹੈ ਕਿ ਇਸ ਨਾਲ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਹੈ। ਕੋਰੀਆ ਕੋਈ ਅਪਵਾਦ ਨਹੀਂ ਹੈ। ਅਸੀਂ ਨਾਜ਼ੁਕ ਸਥਿਤੀਆਂ ਵਿੱਚ ਹਾਂ। ਇਸ ਤੋਂ ਇਲਾਵਾ ਜਿਸ ਦਿਨ ਇਸਰਾਇਲ ਤੇ ਬੰਬਾਰੀ ਕੀਤੀ ਗਈ ਸੀ, ਉਸ ਦਿਨ ਅਫਗਾਨਿਸਤਾਨ ਵਿੱਚ ਭੂਚਾਲ ਆਇਆ ਸੀ। ਹਾਲਾਂਕਿ ਭੂਚਾਲ ਦੀਆਂ ਖਬਰਾਂ ਉੱਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਮੈਂ ਸੁਣਿਆ ਹੈ ਕਿ ਉਹਨਾਂ ਨੂੰ ਲੋੜੀਂਦੇ ਅੰਤਰਰਾਸ਼ਟਰੀ ਰਾਹਤ ਕੋਸ਼ਿਸ਼ ਨਹੀਂ ਮਿਲ ਰਹੇ ਹਨ। ਥਾਂ-ਥਾਂ ਤੇ ਭੂਚਾਲ ਆਉਣਗੇ। ਕੌਮ ਤੇ ਕੌਮ ਅਤੇ ਰਾਜ ਦੇ ਵਿਰੁੱਧ ਉੱਠੇਗਾ। ਇਹ ਉਹੀ ਹੈ ਜੋ ਯਿਸੂ ਨੇ ਕਿਹਾ ਸੀ ਜਦੋਂ ਉਹਨਾਂ ਨੇ ਯਿਸੂ ਤੋਂ ਪੁੱਛਿਆ ਸੀ, ਯੁੱਗ ਦੇ ਅੰਤ ਦਾ ਕੀ ਚਿੰਨ੍ਹ ਹੋਵੇਗਾ? ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ। ਹੁਣ ਜਦੋਂ ਅਸੀਂ ਅਜਿਹੇ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ, ਤਾਂ ਬਿਪਤਾ ਦੇ ਦਿਨ ਸਾਡੇ ਕੋਲ ਇੱਕ ਪਨਾਹ ਹੋਣੀ ਚਾਹੀਦੀ ਹੈ। ਜੇ ਅਸੀਂ ਬਿਨਾਂ ਕਿਸੇ ਪਨਾਹ ਦੇ ਨਿਆਂ ਦੇ ਦਿਨ ਦਾ ਸਾਹਮਣਾ ਕਰਦੇ ਹਾਂ, ਤਾਂ ਸਥਿਤੀ ਬੇਸ਼ੱਕ ਧੁੰਦਲੀ ਹੋ ਜਾਵੇਗੀ। ਕੀ ਤੁਸੀਂ ਸਹਿਮਤ ਨਹੀਂ ਹੋ? ਨੂਰ ਦੇ ਸਮੇਂ ਬਾਰੇ ਸੋਚੋ। ਪਰਮੇਸ਼ਵਰ ਨੇ ਪਾਣੀ ਨਾਲ ਸੰਸਾਰ ਦਾ ਨਿਆਂ ਕਰਨ ਤੋਂ ਪਹਿਲਾਂ ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ। ਪਰਮੇਸ਼ਵਰ ਨੇ ਮੁਕਤੀ ਦੀ ਜਗ੍ਹਾ ਇੱਕ ਪਨਾਹ ਦੀ ਇਜਾਜ਼ਤ ਦਿੱਤੀ। ਪਰਮੇਸ਼ਵਰ ਨੇ ਭਵਿੱਖਬਾਣੀ ਕੀਤੀ ਕਿ ਇਸ ਯੁੱਗ ਵਿੱਚ ਉਹ ਅੱਗ ਨਾਲ ਸੰਸਾਰ ਦਾ ਨਿਆਂ ਕਰਨਗੇ। ਫਿਰ ਵੀ ਇਸ ਤੋਂ ਪਹਿਲਾਂ ਕਿ ਉਹ ਜਗਤ ਦਾ ਨਿਆਂ ਕਰੇ, ਉਹਨਾਂ ਨੇ ਪਨਾਹ ਦਾ ਸਥਾਨ ਅਰਥਾਤ ਸੀਯੋਨ ਬਣਾਇਆ। ਇਹ ਸਾਡੇ ਲਈ ਸੱਚਮੁੱਚ ਬਹੁਤ ਵੱਡੀ ਆਸ਼ੀਸ਼ ਹੈ। ਜਿਨ੍ਹਾਂ ਨੇ ਸੀਯੋਨ ਨੂੰ ਬਣਾਇਆ ਉਹ ਪਰਮੇਸ਼ਵਰ ਅਨਸੰਗ ਹੋਂਗ ਜੀ ਹੈ। ਸ਼ੈਤਾਨ ਸੀਯੋਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਪਰਮੇਸ਼ਵਰ ਸੀਯੋਨ ਦੀ ਰੱਖਿਆ ਕਰਦੇ ਹਨ ਅਤੇ ਸੀਯੋਨ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਪ੍ਰਦਾਨ ਕਰਦੇ ਹਨ। ਪਰਮੇਸ਼ਵਰ ਸੀਯੋਨ ਵਿੱਚ ਰਹਿਣ ਵਾਲੇ ਲੋਕਾਂ ਵਿਚਕਾਰ ਸੁੰਦਰ ਏਕਤਾ ਤੋਂ ਪ੍ਰਸੰਨ ਹੁੰਦੇ ਹਨ। ਪਰਮੇਸ਼ਵਰ ਨੇ ਭਵਿੱਖਬਾਣੀ ਕੀਤੀ ਕਿ ਸਾਨੂੰ ਸੀਯੋਨ ਵਿੱਚ ਪਾਪਾਂ ਦੀ ਮਾਫੀ ਪ੍ਰਾਪਤ ਹੋਵੇਗੀ। ਪਰਮੇਸ਼ਵਰ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਮਨੁੱਖਜਾਤੀ ਨੂੰ ਸੀਯੋਨ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੇ ਯਿਰਮੀਯਾਹ ਨਬੀ ਦੇ ਸਮੇਂ ਤੋਂ ਇਸ ਸੰਦੇਸ਼ ਬਾਰੇ ਪਹਿਲਾਂ ਤੋਂ ਦੱਸਿਆ ਸੀ। ਇਸ ਤਰ੍ਹਾਂ ਸੀਯੋਨ ਸਾਡੇ ਸਮੇਂ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ। ਦੁਨੀਆ ਇੱਕ ਅਰਥਪੂਰਨ ਜੀਵਨ ਜਿਉਣਾ ਨਹੀਂ ਜਾਣਦੀ। ਦੂਜੇ ਪਾਸੇ, ਕੀ ਸਾਨੂੰ ਸਵਰਗ ਨਾਮ ਦਾ ਸੁੰਦਰ ਟੀਚਾ ਅਤੇ ਮੁਕਤੀ ਨਾਮ ਦੀ ਚਮਕਦਾਰ ਉਮੀਦ ਨਹੀਂ ਦਿੱਤੀ ਗਈ? ਇਸ ਲਈ ਸਾਨੂੰ ਪਰਮੇਸ਼ਵਰ ਅਨਸੰਗ ਹੋਂਗ ਜੀ ਨੂੰ, ਜਿਨ੍ਹਾਂ ਨੇ ਸੀਯੋਨ ਨੂੰ ਬਣਾਇਆ, ਅਤੇ ਸਵਰਗੀ ਮਾਤਾ ਨਵੀਂ ਯਰੂਸ਼ਲਮ ਨੂੰ ਧੰਨਵਾਦ ਦੇਣਾ ਚਾਹੀਦਾ ਹੈ। ਆਓ ਅਸੀਂ ਯਿਰਮੀਯਾਹ ਅਧਿਆਇ 4 ਵਚਨ 5 ਨੂੰ ਦੇਖੀਏ। ਯਿਰਮੀਯਾਹ ਅਧਿਆਇ 4 ਵਚਨ 5। ਯਹੂਦਾ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ ਅਤੇ ਆਖੋ, ਭਈ ਦੇਸ ਵਿੱਚ ਤੁਰੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜਾਓ, ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ। ਸਾਨੂੰ ਕਿੱਥੇ ਜਾਣਾ ਚਾਹੀਦਾ ਹੈ? ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵੱਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ। ਇੱਕ ਬੱਬਰ ਸ਼ੇਰ ਆਪਣੇ ਝਾੜ ਵਿੱਚੋਂ ਨਿਕਲਿਆ ਹੈ ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ। ਉਹ ਆਪਣੇ ਥਾਂ ਤੋਂ ਨਿਕਲਿਆ, ਭਈ ਤੇਰੇ ਦੇਸ ਨੂੰ ਵੀਰਾਨ ਕਰੇ। ਤੇਰੇ ਸ਼ਹਿਰ ਥੇ ਹੋ ਜਾਣਗੇ ਅਤੇ ਉੱਥੇ ਵਸਣ ਵਾਲਾ ਕੋਈ ਨਾ ਰਹੇਗਾ। ਇਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਤੇ ਕੁਰਲਾਓ ਕਿ ਯਹੋਵਾਹ ਦਾ ਤੇਜ਼ ਗੁੱਸਾ ਸਾਥੋਂ ਟਲ ਨਹੀਂ ਗਿਆ। ਉਸ ਦਿਨ ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ ਕਿ ਪਾਤਸ਼ਾਹ ਦਾ ਦਿਲ ਅਤੇ ਸਰਦਾਰਾਂ ਦੇ ਦਿਲ ਬੈਠ ਜਾਣਗੇ ਅਤੇ ਜਾਜਕ ਡੈਂਬਰ ਜਾਣਗੇ ਅਤੇ ਨਬੀ ਹੈਰਾਨ ਹੋਣਗੇ।
놀라리라고 했습니다. ਤਬਾਹੀ ਕਿੰਨੀ ਵੱਡੀ ਹੋਵੇਗੀ। 정도가 얼마나 큰지 ਇੱਕ ਅਜਿਹੀ ਸਥਿਤੀ ਸਾਹਮਣੇ ਆਵੇਗੀ ਜੋ ਸਾਡੀ ਕਲਪਨਾ ਤੋਂ ਪਰੇ ਹੈ। 이와 같은 그 상황이 펼쳐지고 벌어지게 되므로 ਇਸ ਕਾਰਨ ਰਾਜਾ ਅਤੇ ਅਧਿਕਾਰੀ ਨਿਰਾਸ਼ ਹੋਣਗੇ, ਜਾਜਕ ਡਰ ਜਾਣਗੇ ਅਤੇ ਨਬੀ ਘਬਰਾ ਜਾਣਗੇ। 놀랄 것이고 선지자들도 깜짝 놀랄 것이다고 했습니다. ਅਜਿਹੇ ਸਮਿਆਂ ਵਿੱਚ ਪਰਮੇਸ਼ਵਰ ਸਾਨੂੰ ਕਿੱਥੇ ਜਾਣ ਲਈ ਕਹਿੰਦੇ ਹਨ? 시온으로 속히 들어가라고 했습니다. ਉਹ ਕਹਿੰਦੇ ਹਨ, ਬਿਨਾਂ ਦੇਰੀ ਕੀਤੇ ਸੀਯੋਨ ਪ੍ਰਵੇਸ਼ ਕਰੋ। 수많은 사람들에게 이런 사실을 알려는 줘야 ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਸੱਚਾਈ ਨੂੰ ਦੱਸਣਾ ਚਾਹੀਦਾ ਹੈ 예언들이 지금 ਕਿ ਯਿਸੂ ਦੀਆਂ ਸਾਰੀਆਂ ਭਵਿੱਖਬਾਣੀਆਂ ਸੱਚ ਨਹੀਂ ਹੋ ਰਹੀਆਂ ਹਨ। 하고 있지 않습니까? ਭਾਵੇਂ ਲੋਕ ਇਸ ਨੂੰ ਪੂਰੇ ਹੁੰਦੇ ਹੋਏ ਦੇਖ ਰਹੇ ਹਨ, ਪਰ ਉਹ ਸੋਚਦੇ ਹਨ, ਠੀਕ ਹੈ, ਇਹ ਆਖਰਕਾਰ ਰੁਕ ਜਾਵੇਗਾ। 이 시대에 일어나고 있는 ਸਾਰੇ ਲੋਕੋ, ਸਾਨੂੰ ਘਟਨਾਵਾਂ ਨੂੰ ਭਵਿੱਖਬਾਣੀ ਦੀਆਂ ਅੱਖਾਂ ਨਾਲ ਦੇਖਣਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਉਹ ਹੌਲੀ-ਹੌਲੀ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰ ਰਹੇ ਹਨ। 예언의 한목으로 바라볼 줄 아셔야 되겠습니다. 자, 그렇다면 ਫਿਰ ਸਾਡੇ ਲਈ ਸੀਯੋਨ ਨੂੰ ਕਿਸਨੇ ਸਥਾਪਿਤ ਕੀਤਾ? 누가 우리에게 세워 주셨는가? ਸਭ ਤੋਂ ਪਹਿਲਾਂ ਆਓ ਅਸੀਂ ਪਰਮੇਸ਼ਵਰ ਬਾਰੇ ਅਧਿਐਨ ਕਰੀਏ ਜਿਨ੍ਹਾਂ ਨੇ ਸੀਯੋਨ ਦੀ ਸਥਾਪਨਾ ਕੀਤੀ। ਕੀ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਆਤਮਿਕ ਸੀਯੋਨ ਅਤੇ ਇੱਕ ਸਰੀਰਕ ਸੀਯੋਨ ਹੈ? ਸਰੀਰਕ ਸੀਯੋਨ ਨੂੰ ਇਸਰਾਇਲ ਦੇ ਦੂਜੇ ਰਾਜੇ ਦਾਊਦ ਦੁਆਰਾ ਸਥਾਪਿਤ ਕੀਤਾ ਗਿਆ ਸੀ। ਆਤਮਿਕ ਸੀਯੋਨ ਮਸੀਹ ਭਵਿੱਖਬਾਣੀ ਦੇ ਦਾਊਦ ਦੁਆਰਾ ਸਥਾਪਿਤ ਕੀਤਾ ਗਿਆ ਹੈ। ਆਓ ਅਸੀਂ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਤੋਂ ਸ਼ੁਰੂ ਕਰਦੇ ਹੋਏ ਦਾਊਦ ਅਤੇ ਯਿਸੂ ਮਸੀਹ ਬਾਰੇ ਅਧਿਐਨ ਕਰੀਏ। ਆਓ ਅਸੀਂ ਹਿਜਕੀਏਲ ਅਧਿਆਇ 37 ਉੱਤੇ ਜਾਈਏ। ਆਓ ਅਸੀਂ ਹਿਜਕੀਏਲ ਦੇ 37 ਅਧਿਆਇ 24 ਉੱਤੇ ਇੱਕ ਨਜ਼ਰ ਪਾਈਏ। ਅਤੇ ਮੇਰਾ ਦਾਸ ਦਾਊਦ ਉਹਨਾਂ ਉੱਤੇ ਪਾਤਸ਼ਾਹ ਹੋਵੇਗਾ ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ ਅਤੇ ਉਹ ਮੇਰੇ ਹੁਕਮਾਂ ਵਿੱਚ ਚੱਲਣਗੇ ਅਤੇ ਮੇਰੀਆਂ ਵਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ। ਉਹ ਉਸ ਦੇਸ਼ ਵਿੱਚ ਜਿਹੜਾ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤਾ ਸੀ, ਜਿਸ ਵਿੱਚ ਤੁਹਾਡੇ ਪਿਓ ਦਾਦੇ ਵਸਦੇ ਸਨ, ਵਸਣਗੇ ਅਤੇ ਉਹ ਅਤੇ ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੀਕਰ ਉਸ ਵਿੱਚ ਸਦਾ ਲਈ ਵਸਣਗੇ ਅਤੇ ਮੇਰਾ ਦਾਸ ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ। ਅਤੇ ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬਣਾਂਗਾ ਅਤੇ ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ ਅਤੇ ਉਹਨਾਂ ਦੇ ਵਿਚਾਰ ਆਪਣੇ ਪਵਿੱਤਰ ਅਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ। ਮੇਰਾ ਡੇਰਾ ਵੀ ਉਹਨਾਂ ਦੇ ਵਿੱਚ ਹੋਵੇਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਇੱਥੇ ਇਹ ਲਿਖਿਆ ਹੈ, ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਰਹੇਗਾ ਅਤੇ ਲੂਕਾ ਅਧਿਆਇ 1 ਅਨੁਸਾਰ ਇਹ ਦਾਊਦ ਯਿਸੂ ਮਸੀਹ ਨੂੰ ਦਰਸਾਉਂਦਾ ਹੈ ਨਾ? ਆਓ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਲੂਕਾ ਅਧਿਆਇ 1 ਵਚਨ 31 ਉੱਤੇ ਚੱਲੀਏ। ਲੂਕਾ ਅਧਿਆਇ 1 ਵਚਨ 31 ਅਤੇ ਵੇਖ ਤੂੰ ਗਰਭਵੰਤੀ ਹੋਵੇਗੀ ਅਰ ਪੁੱਤਰ ਜਣੇਂਗੀ ਅਤੇ ਉਹਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ ਅਤੇ ਅਤਿ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭ ਪਰਮੇਸ਼ਵਰ ਉਹਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। ਉਹ ਜੁਗੋ ਜੁਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਨਾ ਹੋਵੇਗਾ। ਹਿਜਕੀਏਲ ਅਧਿਆਇ 37 ਵਿੱਚ ਇਹ ਲਿਖਿਆ ਹੈ, ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਰਹੇਗਾ, ਪਰ ਦਾਊਦ ਹਮੇਸ਼ਾ ਲਈ ਰਾਜਾ ਨਹੀਂ ਰਿਹਾ। ਉਸਨੇ 40 ਸਾਲ ਤੱਕ ਰਾਜੇ ਦੇ ਰੂਪ ਵਿੱਚ ਰਾਜ ਕੀਤਾ। ਹਾਲਾਂਕਿ ਇੱਥੇ ਲਿਖਿਆ ਹੈ ਕਿ ਉਹ ਸਦਾ ਲਈ ਰਾਜ ਕਰੇਗਾ। ਜਿਵੇਂ ਕਿ ਅਸੀਂ ਹਿਜਕੀਏਲ ਅਧਿਆਇ 37 ਅਤੇ ਲੂਕਾ ਅਧਿਆਇ 1 ਵਚਨ 31 ਪੜ੍ਹਿਆ ਹੈ, ਦਾਊਦ ਯਿਸੂ ਨੂੰ ਦਰਸਾਉਂਦਾ ਹੈ। ਆਓ ਅਸੀਂ 2 ਸਮੂਏਲ ਅਧਿਆਇ 5 ਉੱਤੇ ਜਾਈਏ। ਆਓ ਅਸੀਂ 2 ਸਮੂਏਲ ਅਧਿਆਇ 5 ਵਚਨ 3 ਦੇਖੀਏ। ਗੱਲ ਕਾਹਦੀ, ਇਸਰਾਇਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਪਾਤਸ਼ਾਹ ਕੋਲ ਆਏ ਅਤੇ ਦਾਊਦ ਪਾਤਸ਼ਾਹ ਨੇ ਹਬਰੋਨ ਵਿੱਚ ਉਹਨਾਂ ਦੇ ਨਾਲ ਯਹੋਵਾ ਦੇ ਅੱਗੇ ਨੇਮ ਕੀਤਾ ਅਤੇ ਉਹਨਾਂ ਨੇ ਦਾਊਦ ਨੂੰ ਮਸਖ ਕਰਕੇ ਇਸਰਾਇਲ ਦਾ ਪਾਤਸ਼ਾਹ ਬਣਾ ਦਿੱਤਾ। ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ 30 ਵਰ੍ਹਿਆਂ ਦਾ ਸੀ ਅਤੇ ਉਸਨੇ 40 ਵਰ੍ਹੇ ਰਾਜ ਕੀਤਾ। ਆਓ ਅਸੀਂ ਵਚਨ 7 ਉੱਤੇ ਜਾਈਏ। ਵਚਨ 7 ਪਰ ਦਾਊਦ ਨੇ ਸੀਯੋਨ ਦਾ ਕੋਟ ਲੈ ਲਿਆ। ਉਸਨੇ ਸੀਯੋਨ ਕੋਟ ਨੂੰ ਜਿੱਤ ਲਿਆ ਅਤੇ ਉਹ ਦਾਊਦ ਦਾ ਸ਼ਹਿਰ ਬਣਿਆ।
이는 다윗 성이더라 그였습니다. 이렇게 해서 이제 ਇਸ ਪ੍ਰਕਾਰ ਦਾਊਦ ਦਾ ਇਤਿਹਾਸ ਉਦੋਂ ਸ਼ੁਰੂ ਹੋਇਆ ਜਦੋਂ ਉਸਨੇ ਸੀਯੋਨ ਕੋਟ ਉੱਤੇ ਜਿੱਤ ਪ੍ਰਾਪਤ ਕੀਤੀ। ਅੰਤ ਵਿੱਚ ਦਾਊਦ ਆਉਣ ਵਾਲੇ ਮਸੀਹ ਦੀ ਇੱਕ ਭਵਿੱਖਬਾਣੀ ਦਾ ਰੂਪ ਸੀ। ਹੁਣ ਆਓ ਯਸਾਇਆ ਅਧਿਆਇ 33 ਉੱਤੇ ਜਾ ਕੇ ਸੀਯੋਨ ਦੇ ਆਤਮਿਕ ਮਹੱਤਵ ਨੂੰ ਲੱਭੀਏ ਜਿਸ ਤੇ ਦਾਊਦ ਨੇ ਜਿੱਤ ਪ੍ਰਾਪਤ ਕੀਤੀ। ਬਾਈਬਲ ਵਿੱਚ ਪਰਛਾਵੇਂ ਅਤੇ ਅਸਲੀਅਤ ਵਿਚਕਾਰ ਸੰਬੰਧ ਹੈ। ਜੇ ਇੱਕ ਸਰੀਰਿਕ ਦਾਊਦ ਅਤੇ ਇੱਕ ਸਰੀਰਿਕ ਸੀਯੋਨ ਹੈ ਤਾਂ ਆਤਮਿਕ ਦਾਊਦ ਅਤੇ ਆਤਮਿਕ ਸੀਯੋਨ ਵੀ ਹੈ। ਆਓ ਅਸੀਂ ਸੀਯੋਨ ਦੇ ਮਾਮਲੇ ਦੇ ਸੰਬੰਧ ਵਿੱਚ ਯਸਾਇਆ ਅਧਿਆਇ 33 ਵਚਨ 20 ਦੀ ਜਾਂਚ ਕਰੀਏ। ਅਧਿਆਇ 33 ਵਚਨ 20 ਸਾਨੂੰ ਕਿੱਥੇ ਦੇਖਣਾ ਚਾਹੀਦਾ ਹੈ? ਸੀਯੋਨ ਨੂੰ ਤੱਕ। ਆਤਮਿਕ ਤੌਰ ਤੇ ਸੀਯੋਨ ਉਸ ਸਥਾਨ ਨੂੰ ਦਰਸਾਉਂਦਾ ਹੈ ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਹਨ। ਆਓ ਅਸੀਂ ਅਧਿਆਇ 33 ਆਇਤ 20 ਨੂੰ ਪੜ੍ਹਨਾ ਜਾਰੀ ਰੱਖੀਏ। ਸਾਡੇ ਮਿੱਥੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਆਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਹਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਹਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ। ਪਰ ਉਹ ਜਗ੍ਹਾ ਕਿਹੜੀ ਹੈ? ਉਹ ਸੀਯੋਨ ਹੈ। ਸੀਯੋਨ ਵਿੱਚ, ਉੱਥੇ ਯਹੋਵਾ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਸੀਯੋਨ ਵਿੱਚ ਆਪਣੇ ਲੋਕਾਂ ਨਾਲ ਰਹਿੰਦੇ ਹਨ। ਸੀਯੋਨ ਦੀ ਵਿਸ਼ੇਸ਼ਤਾ ਦੀ ਜਾਂਚ ਕਰਨ ਤੇ ਉਹ ਜਗ੍ਹਾ ਜਿੱਥੇ ਪਰਬ ਮਨਾਏ ਜਾਂਦੇ ਹਨ, ਸੀਯੋਨ ਹੈ। ਆਓ ਵਚਨ 22 ਵੇਖੀਏ। ਯਹੋਵਾ ਤਾਂ ਸਾਡਾ ਨਿਆਈ ਹੈ, ਯਹੋਵਾ ਸਾਡਾ ਵਿਧੀਆਂ ਦੇਣ ਵਾਲਾ ਹੈ, ਯਹੋਵਾ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ। ਤੇਰੇ ਰੱਸੇ ਢਿਲੇ ਹਨ, ਉਹ ਬਾਦਬਾਨ ਉਹਦੇ ਥਾਂ ਤੇ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਦ ਸ਼ਿਕਾਰ ਅਰ ਲੁੱਟ ਵਾਫਰੀ ਨਾਲ ਵੰਡੀ ਜਾਵੇਗੀ, ਲੰਘੇ ਵੀ ਲੁੱਟ ਲੁੱਟਣਗੇ। ਕੋਈ ਵਾਸੀ ਨਾ ਆਖੇਗਾ ਮੈਂ ਬਿਮਾਰ ਹਾਂ। ਜਿਹੜੇ ਲੋਕ ਉਸ ਵਿੱਚ ਵਸਦੇ ਹਨ ਉਹਨਾਂ ਦੀ ਬਦੀ ਮਾਫ ਕੀਤੀ ਜਾਵੇਗੀ। ਸੀਯੋਨ ਵਿੱਚ ਰਹਿਣ ਵਾਲਿਆਂ ਨੂੰ ਪਾਪਾਂ ਦੀ ਮਾਫੀ ਮਿਲੇਗੀ। ਸੀਯੋਨ ਬਾਰੇ ਬਾਈਬਲ ਦੀ ਇਹ ਭਵਿੱਖਬਾਣੀ ਹੈ। ਪਰਮੇਸ਼ਵਰ ਸਾਨੂੰ ਸਿਖਾਉਂਦੇ ਹਨ ਕਿ ਜਿਵੇਂ ਦਾਊਦ ਨੇ ਸੀਯੋਨ ਨੂੰ ਜਿੱਤਿਆ ਸੀ, ਉਸੇ ਤਰ੍ਹਾਂ ਆਤਮਿਕ ਦਾਊਦ ਮਸੀਹ ਸੀਯੋਨ ਨੂੰ ਸਥਾਪਿਤ ਕਰੇਗਾ ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਹਨ। ਫਿਰ ਕੀ 2000 ਸਾਲ ਪਹਿਲਾਂ ਯਿਸੂ ਮਸੀਹ ਨੇ ਸੀਯੋਨ ਦੀ ਸਥਾਪਨਾ ਕੀਤੀ ਜਿੱਥੇ ਪਰਬ ਮਨਾਏ ਜਾਂਦੇ ਹਨ? ਮੱਤੀ ਅਧਿਆਇ 26 ਵਚਨ 17 ਵਿੱਚ ਯਿਸੂ ਨੇ ਪਸਾਹ ਦੇ ਨਾਲ ਨਵਾਂ ਨੇਮ ਸਥਾਪਿਤ ਕੀਤਾ। ਯੂਹੰਨਾ ਅਧਿਆਇ 7 ਵਿੱਚ ਉਹਨਾਂ ਨੇ ਡੇਰਿਆਂ ਦਾ ਪਰਬ ਮਨਾਇਆ। ਅਤੇ ਰਸੂਲਾਂ ਦੇ ਕਰਤੱਵ ਅਧਿਆਇ 2 ਵਿੱਚ ਉਹਨਾਂ ਨੇ ਹੋਰ ਕੀ ਮਨਾਇਆ? ਉਹਨਾਂ ਨੇ ਪੰਤੇਕੁਸਤ ਦਾ ਦਿਨ ਮਨਾਇਆ। ਯਿਸੂ ਦੇ ਪਹਿਲੀ ਵਾਰ ਆਉਣ ਦੇ ਸਮੇਂ ਤੋਂ ਪਹਿਲੇ ਚਰਚ ਦੇ ਸੰਤਾਂ ਨੇ ਇਹਨਾਂ ਪਰਬਾਂ ਨੂੰ ਮਨਾਇਆ। ਇਸ ਦਾ ਕੀ ਮਤਲਬ ਹੈ ਕਿ ਪਰਬ ਮਨਾਏ ਗਏ ਸੀ? ਇਸ ਦਾ ਮਤਲਬ ਹੈ ਕਿ ਸੀਯੋਨ ਦੀ ਸਥਾਪਨਾ ਹੋਈ। ਹਾਲਾਂਕਿ ਸ਼ੈਤਾਨ ਸੀਯੋਨ ਨਾਲ ਕੀ ਕਰਦਾ ਹੈ ਜੋ ਹਮੇਸ਼ਾ ਲਈ ਮੌਜੂਦ ਹੋਣਾ ਚਾਹੀਦਾ ਹੈ? ਉਹ ਇਸ ਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ। ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਉਹ ਸੀਯੋਨ ਨੂੰ ਨਸ਼ਟ ਕਰ ਦੇਵੇਗਾ। ਆਓ ਅਸੀਂ ਦਾਨੀਏਲ ਅਧਿਆਇ 7 ਵਚਨ 25 ਉੱਤੇ ਦੇਖੀਏ। ਦਾਨੀਏਲ ਅਧਿਆਇ 7 ਵਚਨ 25 ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ। ਇੱਥੇ ਅੱਤ ਮਹਾਨ ਕੀ ਪਰਮੇਸ਼ਵਰ ਨੂੰ ਨਹੀਂ ਦਰਸਾਉਂਦਾ? ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਬੋਲਦਾ ਹੈ, ਇਸ ਲਈ ਇੱਥੇ ਉਹ ਕਿਸ ਨੂੰ ਦਰਸਾਉਂਦਾ ਹੈ? ਉਹ ਸ਼ੈਤਾਨ ਹੈ। ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਔਰ ਚਾਹੇਗਾ ਕਿ ਮੁਕਰਰ ਸਮਿਆਂ ਅਤੇ ਵਿਵਸਥਾ ਨੂੰ, ਮਤਲਬ ਪਰਮੇਸ਼ਵਰ ਦੇ ਪਰਬ ਅਤੇ ਨਿਯਮ, ਬਦਲ ਦੇਵੇ ਅਤੇ ਉਹ ਇਹਦੇ ਹੱਥ ਵਿੱਚ ਦਿੱਤੇ ਜਾਣਗੇ ਇੱਥੋਂ ਤੀਕ ਜੋ ਇੱਕ ਸਮਾਂ ਅਤੇ ਸਮੇਂ ਔਰ ਅੱਧਾ ਸਮਾਂ ਲੰਘ ਜਾਏਗਾ। ਫਿਰ ਨਿਆਉਣ ਸਭਾ ਬੈਠੇਗੀ ਅਤੇ ਉਹ ਉਹਦਾ ਰਾਜ ਉਸ ਤੋਂ ਲੈ ਲਵੇਗੀ, ਇਸ ਲਈ ਜੋ ਔੜਕ ਤੀਕਰ ਉਹਦਾ ਨਾਸ ਅਤੇ ਨਸ਼ਟ ਕਰ ਸੁੱਟਣ। ਦਾਨੀਏਲ ਅਧਿਆਇ 7 ਵਚਨ 25 ਦੇ ਅਨੁਸਾਰ ਪਰਮੇਸ਼ਵਰ ਦੇ ਪਰਬਾਂ ਦਾ ਕੀ ਹੋਵੇਗਾ?
ਸਮਿਆਂ ਅਤੇ ਵਿਵਸਥਾ ਨੂੰ ਬਦਲ ਦੇਵੇ ਕਿ ਇਸ ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਪਰਬ ਗਾਇਬ ਹੋ ਜਾਣਗੇ। 그럼 절기가 없어지게 되면 ਜਦੋਂ ਪਰਬ ਗਾਇਬ ਹੋ ਜਾਣਗੇ ਤਾਂ ਸੀਯੋਨ ਦਾ ਕੀ ਹੋਵੇਗਾ? ਇਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ। 될 것입니다. 예, 그래서 ਜਿਵੇਂ ਕਿ ਬਾਈਬਲ ਨੇ ਭਵਿੱਖਬਾਣੀ ਕੀਤੀ ਸੀ, 321 ਈਸਵੀ ਵਿੱਚ ਸਬਤ ਦਾ ਦਿਨ ਨਸ਼ਟ ਕਰ ਦਿੱਤਾ ਗਿਆ ਸੀ 절기라는 절기가 없어지고 ਅਤੇ 325 ਵਿੱਚ ਪਸਾਹ ਨੂੰ ਨਸ਼ਟ ਕਰ ਦਿੱਤਾ ਗਿਆ ਸੀ। 절기가 없어지고 ਇਸ ਤਰ੍ਹਾਂ ਪਰਮੇਸ਼ਵਰ ਦੇ ਨਿਰਧਾਰਤ ਸਮਿਆਂ ਅਤੇ ਵਿਵਸਥਾਵਾਂ ਯਾਨੀ ਨਵੇਂ ਨੇਮ ਨੂੰ ਬਦਲਣਾ ਸ਼ੁਰੂ ਕੀਤਾ ਗਿਆ। 율법이 전부 변질되어 버리고 변경되는 ਆਤਮਿਕ ਦ੍ਰਿਸ਼ਟੀਕੋਣ ਤੋਂ ਇਹ ਸੀਯੋਨ ਨੂੰ ਨਸ਼ਟ ਕਰਨ ਦਾ ਕੰਮ ਸੀ। 행위라고 볼 수 있겠습니다. ਆਓ ਅਸੀਂ ਯਸਾਯਾਹ ਅਧਿਆਇ 51 ਨੂੰ ਖੋਲੀਏ। ਯਸਾਯਾਹ 51 ਅਨੁਪਾਤ 2 ਇਹ ਲਿਖਿਆ ਹੈ, 너희 조상 아브라함과 ਆਪਣੇ ਪਿਤਾ ਅਬਰਾਹਮ ਉੱਤੇ ਧਿਆਨ ਕਰੋ ਅਤੇ ਸਾਰਾ ਉੱਤੇ ਜਿਸ ਤੁਹਾਨੂੰ ਜਣਿਆ ਜਦ ਉਹ ਇੱਕੋ ਹੀ ਸੀ ਮੈਂ ਉਹਨੂੰ ਬੁਲਾਇਆ ਅਤੇ ਉਹਨੂੰ ਬਰਕਤ ਦਿੱਤੀ ਅਰ ਉਹਨੂੰ ਵਧਾਇਆ। 그에게 복을 주어 장성케 하였나니라. ਯਹੋਵਾਹ ਤਾਂ ਪਰਮੇਸ਼ਵਰ ਕੀ ਕਰਨਗੇ? ਸੀਯੋਨ ਨੂੰ ਦਿਲਾਸਾ ਦੇਵੇਗਾ, ਉਹਦੇ ਸਾਰਿਆਂ ਵਿਰਾਨੀਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਗ। ਜਿਸ ਤਰ੍ਹਾਂ ਬਾਬੁਲ ਨੇ ਸਰੀਰਕ ਸੀਯੋਨ ਨੂੰ ਨਸ਼ਟ ਕਰ ਦਿੱਤਾ ਸੀ, ਉਸੇ ਤਰ੍ਹਾਂ ਆਤਮਿਕ ਸੀਯੋਨ ਵੀ ਨਸ਼ਟ ਹੋ ਗਿਆ। ਸ਼ੈਤਾਨ ਨੇ ਪਰਮੇਸ਼ਵਰ ਦੇ ਪਰਬਾਂ ਅਤੇ ਵਿਵਸਥਾਵਾਂ ਨੂੰ ਬਦਲ ਦਿੱਤਾ। ਇਸ ਸਥਿਤੀ ਬਾਰੇ ਪਰਮੇਸ਼ਵਰ ਨੇ ਕਿਹਾ ਕਿ ਸੀਯੋਨ ਨੂੰ ਵੀਰਾਨ ਕਰ ਦਿੱਤਾ ਗਿਆ ਹੈ। 황폐화되었다고 이렇게 표현하고 있습니다. ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹਦੇ ਸਾਰਿਆਂ ਵਿਰਾਨੀਆਂ ਨੂੰ ਦਿਲਾਸਾ ਦੇਵੇਗਾ। 그러니까 메마른 ਪਰਮੇਸ਼ਵਰ ਨੇ ਉਹਨਾਂ ਸਾਰੇ ਖੰਡਰਾਂ ਨੂੰ ਜੋ ਰੇਗਿਸਤਾਨ ਵਾਂਗ ਹੈ ਮੁੜ ਬਹਾਲ ਕਰਨ ਅਤੇ ਉਹਨਾਂ ਨੂੰ ਅਦਨ ਵਾਂਗ ਬਣਾਉਣ ਦਾ ਵਾਅਦਾ ਕੀਤਾ। ਉਹ ਉਸ ਦੀ ਉਜਾੜ ਨੂੰ ਅਦਨ ਵਾਂਗ ਅਤੇ ਉਸ ਦਾ ਥਲ ਯਹੋਵਾਹ ਦੇ ਬਾਗ ਵਾਂਗ ਬਣਾ ਦੇਵੇਗਾ। ਖੁਸ਼ੀ ਅਰ ਆਨੰਦ ਉਹਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਰ ਭਜਨ ਦੀ ਆਵਾਜ਼ ਵੀ। ਸੀਯੋਨ ਨੂੰ ਅਜਿਹਾ ਕੌਣ ਬਣਾਵੇਗਾ? ਕੌਣ ਸੀਯੋਨ ਦੀ ਉਜਾੜ ਧਰਤੀ ਨੂੰ ਪਰਮੇਸ਼ਵਰ ਦੇ ਬਾਗ ਵਰਗਾ ਬਣਾਵੇਗਾ? ਸੀਯੋਨ ਦੇ ਖੰਡਰਾਂ ਉੱਤੇ ਕੌਣ ਤਰਸ ਕਰੇਗਾ? ਪਰਮੇਸ਼ਵਰ ਇਹ ਕੰਮ ਕਰਨਗੇ। ਦੂਜੇ ਸ਼ਬਦਾਂ ਵਿੱਚ ਪਰਮੇਸ਼ਵਰ ਪਸਾਹ ਅਤੇ ਨਵੇਂ ਨੇਮ ਦੇ ਸਾਰੇ ਪਰਬਾਂ ਨੂੰ ਦੁਬਾਰਾ ਬਹਾਲ ਕਰਨਗੇ। ਇਸ ਤਰ੍ਹਾਂ ਜਦੋਂ ਪਰਮੇਸ਼ਵਰ ਆਉਂਦੇ ਹਨ, ਸਿਰਫ ਉਦੋਂ ਹੀ ਅਸੀਂ ਪਸਾਹ ਨੂੰ ਮਹਿਸੂਸ ਕਰ ਸਕਦੇ ਹਾਂ ਅਤੇ ਸੱਚੇ ਸਬਤ ਦੇ ਦਿਨ ਦਾ ਪਾਲਣ ਕਰ ਸਕਦੇ ਹਾਂ। ਕੀ ਇਹ ਸੱਚ ਨਹੀਂ ਹੈ? ਕੁਝ ਲੋਕ ਕਹਿੰਦੇ ਹਨ ਕਿ ਸੈਵੰਥ ਡੇ ਐਡਵੈਂਟਿਸਟ ਚਰਚ ਸਬਤ ਦੇ ਦਿਨ ਨੂੰ ਉਸ ਦੇ ਆਉਣ ਤੋਂ ਪਹਿਲਾਂ ਨਹੀਂ ਮਨਾਉਂਦਾ ਹੈ। ਹਾਲਾਂਕਿ ਉਹ ਜਿਸ ਸਬਤ ਦਾ ਪਾਲਣ ਕਰਦੇ ਹਨ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੁੰਦਾ ਹੈ, ਸ਼ਨੀਵਾਰ ਤੋਂ ਨਹੀਂ। ਇਹ ਉਸ ਬੁਨਿਆਦੀ ਗਿਆਨ ਦਾ ਹਿੱਸਾ ਹੈ ਜਿਸ ਨੂੰ ਸਾਨੂੰ ਜਾਣਨਾ ਚਾਹੀਦਾ ਹੈ। ਇਸ ਲਈ ਸਿਰਫ ਇਸ ਲਈ ਕਿ ਉਹ ਇਸ ਨੂੰ ਸਬਤ ਦਾ ਦਿਨ ਕਹਿੰਦੇ ਹਨ, ਕੀ ਇਸ ਦਾ ਮਤਲਬ ਇਹ ਹੈ ਕਿ ਇਹ ਸੱਚਾ ਸਬਤ ਦਾ ਦਿਨ ਹੈ? ਨਹੀਂ। ਜਦੋਂ ਅਸੀਂ ਲਗਨ ਨਾਲ ਪਸਾਹ ਦਾ ਪ੍ਰਚਾਰ ਕਰਦੇ ਹਾਂ ਤਾਂ ਕੁਝ ਚਰਚ ਹਨ ਜੋ ਦਾਅਵਾ ਕਰਦੇ ਹਨ, ਅਸੀਂ ਸੂਰਜੀ ਕੈਲੰਡਰ ਅਨੁਸਾਰ ਜਨਵਰੀ 14 ਨੂੰ ਪਸਾਹ ਮਨਾਉਂਦੇ ਹਾਂ। ਹਾਲਾਂਕਿ ਉਹ ਪਸਾਹ ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਕਿ ਉਹਨਾਂ ਦਾ ਪਾਲਨ ਮਸੀਹ ਦੁਆਰਾ ਸਥਾਪਿਤ ਨਿਯਮਾਂ ਵਰਗਾ ਹੈ। ਜਵਾਬ ਹੈ ਨਹੀਂ। ਫਿਰ ਸੀਯੋਨ ਕਦੋਂ ਅਤੇ ਕਿਸ ਦੁਆਰਾ ਫਿਰ ਤੋਂ ਦੁਬਾਰਾ ਸਥਾਪਿਤ ਕੀਤਾ ਜਾਵੇਗਾ? ਆਓ ਮੀਕਾਹ ਅਧਿਆਇ 4 ਉੱਤੇ ਜਾ ਕੇ ਦੇਖੀਏ ਕਿ ਨਬੀਆਂ ਨੇ ਇਸ ਮਾਮਲੇ ਬਾਰੇ ਕਿਵੇਂ ਭਵਿੱਖਬਾਣੀ ਕੀਤੀ। ਮੀਕਾਹ ਅਧਿਆਇ 4 ਵਚਨ 1 ਵਿੱਚ ਲਿਖਿਆ ਹੈ, ਆਖਰੀ ਦਿਨਾਂ ਵਿੱਚ, ਆਖਰੀ ਦਿਨ ਪਵਿੱਤਰ ਆਤਮਾ ਦੇ ਆਖਰੀ ਯੁੱਗ ਨੂੰ ਸੰਕੇਤ ਕਰਦਾ ਹੈ। ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾਹ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ, ਭਈ ਉਹ ਸਾਨੂੰ ਉਹ ਕੀ ਕਰੇਗਾ? ਆਪਣੇ ਰਾਹ ਵਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ। ਕਿਉਂ ਜੋ ਵਿਵਸਥਾ ਕਿੱਥੋਂ ਨਿਕਲੇਗੀ? ਸੀਯੋਨ ਤੋਂ ਨਿਕਲੇਗੀ ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ। ਮਨੁੱਖ ਜਾਤੀ ਸਬਤ ਦੇ ਦਿਨ, ਨਵੇਂ ਨੇਮ ਦੇ ਪਸਾਹ ਅਤੇ ਹੋਰ ਸਾਰੇ ਪਰਬਾਂ ਨੂੰ ਭੁੱਲ ਗਈ ਸੀ। ਆਖਰੀ ਦਿਨਾਂ ਵਿੱਚ ਪਰਮੇਸ਼ਵਰ ਆਉਣਗੇ। ਉਹ ਮਨੁੱਖ ਜਾਤੀ ਨੂੰ ਆਪਣੀ ਵਿਵਸਥਾ ਕਿੱਥੇ ਸਿਖਾਉਣਗੇ?
시온에서 ਉਹ ਸਾਨੂੰ ਸੀਯੋਨ ਵਿੱਚ 하실 것이다 ਸਿਖਾਉਣਗੇ। 그럼 율법이 ਇਹ 시온에서 ਤੱਥ ਕਿ 나온다는 ਵਿਵਸਥਾ 것은 ਸੀਯੋਨ ਤੋਂ ਨਿਕਲਦੀ ਹੈ ਦਾ ਮਤਲਬ ਹੈ ਕਿ ਸੀਯੋਨ ਨੂੰ ਦੁਬਾਰਾ ਸਥਾਪਿਤ ਕੀਤਾ ਗਿਆ ਹੈ। 황폐화된 ਸੀਯੋਨ 그러한 ਬਰਬਾਦ ਨਹੀਂ 시온이 ਰਹੇਗਾ ਪਰ ਦੁਬਾਰਾ ਸਥਾਪਿਤ ਕੀਤਾ ਜਾਵੇਗਾ। 누구에 의해서요? ਉੱਥੇ ਸਾਨੂੰ ਕੌਣ ਸਿਖਾਏਗਾ? ਉਹ ਸਾਨੂੰ ਆਪਣੇ ਰਾਹ ਵਿਖਾਵੇ। 그 진리의 ਪਰਮੇਸ਼ਵਰ 도를 ਸਾਨੂੰ 가지고 ਸੱਚਾਈ 우리로 ਸਿਖਾਉਣਗੇ ਤਾਂ ਜੋ ਅਸੀਂ ਪੂਰੀ ਸਮਝ ਪ੍ਰਾਪਤ ਕਰ ਸਕੀਏ। 가르치시게 될 것이다 하고 했습니다. 하나님께서 ਜਦੋਂ ਤੱਕ 오시지 ਪਰਮੇਸ਼ਵਰ 못하면 ਨਹੀਂ ਆਉਂਦੇ ਕੋਈ ਵੀ ਸਬਤ ਦੇ ਦਿਨ ਨੂੰ ਸਹੀ ਢੰਗ ਨਾਲ ਨਹੀਂ ਮਨਾ ਸਕਦਾ। 인류 인생이 없습니다. ਕੋਈ ਵੀ ਪੂਰੀ ਤਰ੍ਹਾਂ ਪਸਾਹ ਦਾ ਪਰਬ ਨਹੀਂ ਮਨਾ ਸਕਦਾ। 하나도 있을 ਜਦੋਂ 수가 ਤੱਕ 없는 것입니다. ਪਰਮੇਸ਼ਵਰ ਨਹੀਂ ਆਉਂਦੇ ਤਦ ਤੱਕ ਕੌਣ 3 ਵਾਰ ਵਿੱਚ 7 ਪਰਬਾਂ ਨੂੰ ਦੁਬਾਰਾ ਸਥਾਪਿਤ ਕਰ ਸਕਦਾ ਹੈ? 그리스도 한상님께서 ਭਵਿੱਖਬਾਣੀਆਂ ਦੇ ਅਨੁਸਾਰ ਮਸੀਹ ਆਨ ਸਾਂਗ ਹੋਂਗ ਜੀ ਸੱਚਾਈ ਲੈ ਕੇ ਆਏ। ਇੱਥੋਂ ਤੱਕ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਸਵਾਲ ਹੈ। ਭਵਿੱਖਬਾਣੀ ਦੇ ਨਾਇਕ ਤੋਂ ਇਲਾਵਾ ਕੋਈ ਵੀ ਇਸ ਭੂਮਿਕਾ ਨੂੰ ਪੂਰਾ ਨਹੀਂ ਕਰ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਇਹ ਸਭ ਤਿਆਰ ਕਰਦੇ ਹਨ। ਜਿਵੇਂ ਕਿ ਪਰਮੇਸ਼ਵਰ ਤੋਂ ਇਲਾਵਾ ਕੋਈ ਹੋਰ ਸਾਡੇ ਲਈ ਜੀਵਨ ਦਾ ਬਿਰਛ ਨਹੀਂ ਲਿਆ ਸਕਦਾ, ਉਸੇ ਤਰ੍ਹਾਂ ਇਹ ਕਿਸੇ ਦੇ ਕਹਿਣ ਦੀ ਗੱਲ ਨਹੀਂ ਹੈ ਮੈਂ ਵੀ ਇੱਕ ਸੀਯੋਨ ਸਥਾਪਿਤ ਕਰ ਸਕਦਾ ਹਾਂ। ਸਾਰੇ ਲੋਕੋ ਅਜਿਹਾ ਕਦੇ ਨਹੀਂ ਹੁੰਦਾ। ਜੇ ਸੀਯੋਨ ਜੋ ਇੱਕ ਵਾਰ ਨਸ਼ਟ ਹੋ ਗਿਆ ਸੀ ਨੂੰ ਦੁਬਾਰਾ ਬਣਾਇਆ ਜਾਂਦਾ ਹੈ ਤਾਂ ਕੋਈ ਹੋਰ ਸੀਯੋਨ ਸਥਾਪਿਤ ਨਹੀਂ ਕੀਤਾ ਜਾ ਸਕਦਾ ਹੈ। ਇਹ ਇੱਕ ਘਟਨਾ ਅਤੇ ਇੱਕ ਭਵਿੱਖਬਾਣੀ ਹੈ ਜਿਸ ਨੂੰ ਸਿਰਫ ਪਰਮੇਸ਼ਵਰ ਦੁਆਰਾ ਇੱਕ ਵਾਰ ਪੂਰਾ ਕੀਤਾ ਜਾ ਸਕਦਾ ਹੈ। ਕਿਉਂ ਜੋ ਵਿਵਸਥਾ ਸੀਯੋਨ ਤੋਂ ਨਿਕਲੇਗੀ ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ। ਮੀਕਾ 4 ਵਿੱਚ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ਵਰ ਦੁਬਾਰਾ ਆਉਣਗੇ ਅਤੇ ਨਵੇਂ ਨੇਮ ਦੇ ਨਿਯਮਾਂ ਨੂੰ ਦੁਬਾਰਾ ਸਥਾਪਿਤ ਕਰਨਗੇ। ਪੱਕਾ ਹੀ ਉਹ ਜੋ ਇਸ ਕੰਮ ਨੂੰ ਪੂਰਾ ਕਰਦੇ ਹਨ ਉਹ ਸਾਡੇ ਪਰਮੇਸ਼ਵਰ ਹਨ। ਕੀ ਇਸ ਤਰ੍ਹਾਂ ਯਸਾਇਆ ਅਧਿਆਇ 25 ਵਿੱਚ ਸਾਫ਼ ਨਹੀਂ ਲਿਖਿਆ ਗਿਆ ਹੈ? ਇਹ ਲਿਖਿਆ ਹੈ ਪੱਕਾ ਇਹ ਸਾਡੇ ਪਰਮੇਸ਼ਵਰ ਹਨ, ਅਸੀਂ ਉਹਨਾਂ ਉੱਤੇ ਭਰੋਸਾ ਕੀਤਾ ਅਤੇ ਉਹਨਾਂ ਨੇ ਸਾਨੂੰ ਬਚਾਇਆ। ਆਓ ਇੱਕ ਹੋਰ ਭਵਿੱਖਬਾਣੀ ਦੀ ਜਾਂਚ ਕਰੀਏ ਜਿਸ ਵਿੱਚ ਕਿਹਾ ਗਿਆ ਹੈ ਕਿ ਪਰਮੇਸ਼ਵਰ ਸੀਯੋਨ ਨੂੰ ਸਥਾਪਿਤ ਕਰਨਗੇ। ਜ਼ਬੂਰਾਂ ਦੀ ਪੋਥੀ ਅਧਿਆਇ 102। ਜ਼ਬੂਰਾਂ ਦੀ ਪੋਥੀ ਅਧਿਆਇ 102 ਵਚਨ 16 ਵਿੱਚ ਲਿਖਿਆ ਹੈ ਜਦ ਯਹੋਵਾਹ ਨੇ ਉਹ ਕਿਸ ਨੂੰ ਦੁਬਾਰਾ ਬਣਾਉਣਗੇ? ਸੀਯੋਨ ਨੂੰ ਬਣਾਇਆ। ਸੀਯੋਨ ਨੂੰ ਦੁਬਾਰਾ ਸਥਾਪਿਤ ਕੌਣ ਕਰ ਸਕਦਾ ਹੈ? ਸਿਰਫ ਪਰਮੇਸ਼ਵਰ ਹੀ ਇਸ ਭਵਿੱਖਬਾਣੀ ਨੂੰ ਪੂਰਾ ਕਰ ਸਕਦੇ ਹਨ। ਯਿਸੂ ਨੂੰ ਇਸ ਧਰਤੀ ਤੇ ਆਏ ਅਤੇ ਸਵਰਗ ਗਏ 2000 ਸਾਲ ਹੋ ਗਏ ਹਨ। ਇਹਨਾਂ 2000 ਸਾਲਾਂ ਦੌਰਾਨ ਅਣਗਿਣਤ ਲੋਕਾਂ ਨੇ ਬਾਈਬਲ ਦਾ ਅਧਿਐਨ ਕੀਤਾ ਅਤੇ ਕਿਤਾਬਾਂ ਅਤੇ ਪੱਤਰਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਫਿਰ ਵੀ ਇੱਕ ਵੀ ਵਿਅਕਤੀ ਨੇ ਪਸਾਹ ਜਾਂ 3 ਵਾਰ ਵਿੱਚ 7 ਪਰਬ ਮਨਾਉਣ ਦੀ ਲੋੜ ਦਾ ਜ਼ਿਕਰ ਨਹੀਂ ਕੀਤਾ। ਅਜਿਹਾ ਕਿਉਂ ਹੈ? ਕਿਸ ਨੂੰ ਆਉਣਾ ਚਾਹੀਦਾ ਹੈ? ਸਿਰਫ ਪਰਮੇਸ਼ਵਰ ਹੀ ਸੱਚਾਈ ਨੂੰ ਦੁਬਾਰਾ ਸਥਾਪਿਤ ਕਰ ਸਕਦੇ ਹਨ ਅਤੇ ਸਾਨੂੰ ਸੱਚਾਈ ਸਿਖਾ ਸਕਦੇ ਹਨ। ਇਸ ਲਈ ਲਿਖਿਆ ਹੈ ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ ਤਾਂ ਉਹ ਆਪਣੇ ਪ੍ਰਤਾਪ ਵਿੱਚ ਪ੍ਰਗਟ ਹੋਇਆ। ਕੀ ਹੋਵੇਗਾ ਜਦੋਂ ਪਰਮੇਸ਼ਵਰ ਸੀਯੋਨ ਨੂੰ ਦੁਬਾਰਾ ਬਣਾਉਣਗੇ, ਆਪਣੀ ਮਹਿਮਾ ਵਿੱਚ ਪ੍ਰਗਟ ਹੋਣਗੇ ਅਤੇ ਅੰਤ ਦੇ ਦਿਨਾਂ ਵਿੱਚ ਆਪਣੇ ਲੋਕਾਂ ਨੂੰ ਆਪਣਾ ਰਾਹ ਸਿਖਾਉਣਗੇ? ਆਓ ਵਚਨ 17 ਵੇਖੀਏ। ਉਸਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ ਅਤੇ ਉਹਨਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ। ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ ਦੀ ਉਸਤਤ ਕਰੇਗੀ। ਆਓ ਅਸੀਂ ਵਚਨ 19 ਨਾਲ ਜਾਰੀ ਰੱਖੀਏ। ਉਸਨੇ ਤਾਂ ਆਪਣੇ ਪਵਿੱਤਰ ਅਸਥਾਨ ਦੀ ਉਚਾਈ ਤੋਂ ਨਿਗਾਹ ਕੀਤੀ ਹੈ, ਯਹੋਵਾਹ ਨੇ ਸੁਰਗ ਤੋਂ ਧਰਤੀ ਨੂੰ ਡਿੱਠਾ ਹੈ। ਭਈ ਅਸੀਰ ਦਾ ਹਾਹੁਕਾ ਸੁਣੇ ਅਤੇ ਮਰਨ ਵਾਲਿਆਂ ਨੂੰ ਛੁਡਾਵੇ, ਤਾਂ ਜੋ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪ੍ਰਚਾਰ ਕਰਨ। ਜਦ ਲੋਕ ਅਤੇ ਰਜਵਾੜੇ ਯਹੋਵਾਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ। ਅਸੀਂ ਜ਼ਬੂਰਾਂ ਦੀ ਪੋਥੀ ਦੀ ਭਵਿੱਖਬਾਣੀ ਨੂੰ ਦੇਖ ਰਹੇ ਹਾਂ ਕਿ ਲੋਕ ਪਰਮੇਸ਼ਵਰ ਕੋਲ ਆਉਣਗੇ ਜਿਨ੍ਹਾਂ ਨੇ ਸੀਯੋਨ ਨੂੰ ਬਣਾਇਆ ਅਤੇ ਉਹਨਾਂ ਦੀ ਵਡਿਆਈ ਕਰਨਗੇ। ਆਓ ਅਸੀਂ ਜ਼ਬੂਰਾਂ ਦੀ ਪੋਥੀ 87 ਉੱਤੇ ਜਾਈਏ। ਜ਼ਬੂਰਾਂ ਦੀ ਪੋਥੀ ਅਧਿਆਇ 87 ਵਚਨ 5। ਸਗੋਂ ਸੀਯੋਨ ਲਈ ਆਖਿਆ ਜਾਵੇਗਾ ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੇ ਅਤੇ ਅਤ ਮਹਾਨ ਕੌਣ ਹੈ? ਉਹ ਪਰਮੇਸ਼ਵਰ ਹਨ। ਪਰਮੇਸ਼ਵਰ ਉਸ ਨੂੰ ਕਾਇਮ ਰੱਖੇਗਾ।
ਇਹ ਕੁਝ ਅਜਿਹਾ ਹੈ ਜੋ ਸਿਰਫ ਪਰਮੇਸ਼ਵਰ ਹੀ ਕਰ ਸਕਦੇ ਹਨ। 절대 이건 ਉਹਨਾਂ ਨੇ ਇਹ ਕੰਮ ਸਵਰਗਦੂਤਾਂ ਜਾਂ ਕਿਸੇ ਹੋਰ ਸਵਰਗੀ ਪ੍ਰਾਣੀ ਨੂੰ ਨਹੀਂ ਸੌਂਪਿਆ। ਪਰਮੇਸ਼ਵਰ ਨੇ ਕਿਹਾ ਹੈ ਕਿ ਉਹ ਆਪ ਆ ਕੇ ਸੀਯੋਨ ਨੂੰ ਸਥਾਪਿਤ ਕਰਨਗੇ। ਇਸ ਲਈ ਕੀ ਉਹ ਸਾਨੂੰ ਨਵੇਂ ਨੇਮ ਦੀ ਸੱਚਾਈ 3 ਵਾਰ ਵਿੱਚ 7 ਪਰਬ ਨਹੀਂ ਦਿੰਦੇ? ਕੀ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੇ ਸੀਯੋਨ ਦੀਆਂ ਸੰਤਾਨਾਂ ਨੂੰ ਸਦੀਪਕ ਜੀਵਨ ਦਾ ਕੀਮਤੀ ਵਚਨ ਨਹੀਂ ਦਿੱਤਾ? ਇਸ ਕਰਕੇ ਇਹ ਲਿਖਿਆ ਹੈ ਅਤੇ ਅੱਤ ਮਹਾਨ ਉਸ ਨੂੰ ਕਾਇਮ ਰੱਖੇਗਾ। ਵਚਨ 6 ਯਹੋਵਾ ਉਮਤਾਂ ਦੀ ਗਿਣਤੀ ਵਿੱਚ ਲਿਖੇਗਾ ਕਿ ਇਹ ਵੀ ਉੱਥੇ ਜੰਮਿਆ। ਸਲਾਹ। ਰਾਗੀ ਅਤੇ ਨਚਾਰ ਆਖਣਗੇ, ਮੇਰੇ ਸਾਰੇ ਚਸ਼ਮੇ ਤੇਰੇ ਵਿੱਚੋਂ ਹਨ। ਅੱਜ ਸਾਨੂੰ ਨਵੇਂ ਨੇਮ ਦੇ ਸਾਰੇ ਪਰਬਾਂ ਦੀ ਇਜਾਜ਼ਤ ਦੇਣ ਲਈ ਸਾਨੂੰ ਸਵਰਗੀ ਪਿਤਾ ਮਸੀਹ ਅਨਸਾਂਗ ਹੋਂਗ ਜੀ ਅਤੇ ਸਵਰਗੀ ਮਾਤਾ ਨਵੀਂ ਯਰੂਸ਼ਲਮ ਨੂੰ ਵਡਿਆਈ ਅਤੇ ਸਤੁਤੀ ਦੇਣੀ ਚਾਹੀਦੀ ਹੈ। ਜੇਕਰ ਪਰਮੇਸ਼ਵਰ ਇਸ ਧਰਤੀ ਉੱਤੇ ਨਾ ਆਉਂਦੇ ਤਾਂ ਕੀ ਸੀਯੋਨ ਦੀ ਸਥਾਪਨਾ ਹੁੰਦੀ? ਸੀਯੋਨ ਕਦੇ ਮੌਜੂਦ ਨਹੀਂ ਹੋ ਸਕਦਾ ਸੀ। ਹੁਣ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਹਰ ਤਰ੍ਹਾਂ ਦੀਆਂ ਆਫਤਾਂ ਆ ਰਹੀਆਂ ਹਨ ਅਤੇ ਅਸੀਂ ਇੱਕ ਅਨਿਸ਼ਚਿਤ ਸਥਿਤੀ ਵਿੱਚ ਜੀ ਰਹੇ ਹਾਂ। 앞을 내다볼 수 없는 불투명한 상황 속에 우리가 지금 살고 있는데 말이야। ਇਸ ਦੁਨੀਆ ਦੇ ਲੋਕਾਂ ਕੋਲ ਕੋਈ ਭਵਿੱਖ ਜਾਂ ਉਮੀਦ ਨਹੀਂ ਹੈ। ਇਸੇ ਲਈ ਪਿਤਾ ਅਨਸਾਂਗ ਹੋਂਗ ਜੀ ਅਤੇ ਸਵਰਗੀ ਮਾਤਾ ਨੇ ਮਨੁੱਖਜਾਤੀ ਤੇ ਦਇਆ ਕੀਤੀ ਅਤੇ ਪਰਮੇਸ਼ਵਰ ਦੇ ਪਰਬਾਂ ਦੇ ਨਗਰ ਸੀਯੋਨ ਦੀ ਸਥਾਪਨਾ ਕੀਤੀ। ਤੇਰੇ ਮੁੱਢ 1000 ਅਤੇ ਤੇਰੇ ਸੱਜੇ ਹੱਥ 10,000 ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ। ਜਲਦੀ ਸੀਯੋਨ ਵਿੱਚ ਆਓ। ਕੀ ਇਹੀ ਕਾਰਨ ਨਹੀਂ ਹੈ ਕਿ ਪਰਮੇਸ਼ਵਰ ਨੇ ਸੀਯੋਨ ਦੀ ਸਥਾਪਨਾ ਕੀਤੀ? ਅਜੇ ਵੀ ਬਹੁਤ ਸਾਰੀਆਂ ਆਤਮਾਵਾਂ ਹਨ ਜੋ ਬਿਨਾਂ ਕਿਸੇ ਉਦੇਸ਼ ਦੇ ਭਟਕ ਰਹੀਆਂ ਹਨ। ਉਹ ਇਹ ਨਹੀਂ ਜਾਣਦੇ ਕਿ ਸੀਯੋਨ ਕਿੱਥੇ ਹੈ। ਉਹ ਬਾਹਰੀ ਰੂਪ ਨਾਲ ਸ਼ਾਨਦਾਰ ਅਤੇ ਕਮਾਲ ਦੀ ਜ਼ਿੰਦਗੀ ਬਤੀਤ ਕਰਦੇ ਦਿਖਾਈ ਦੇ ਸਕਦੇ ਹਨ, ਪਰ ਹਰ ਕਿਸੇ ਦੀ ਆਪਣੀ ਸਲੀਬ ਹੁੰਦੀ ਹੈ। ਸਾਨੂੰ ਉਹਨਾਂ ਬਦਕਿਸਮਤ ਆਤਮਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸੀਯੋਨ ਵਿੱਚ ਵਾਪਸ ਆਓ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ ਅਤੇ ਜਿੱਥੇ ਸਵਰਗ ਦਾ ਵਾਅਦਾ ਹੈ। ਬਪਤਿਸਮਾ ਲਓ ਅਤੇ ਪਾਪਾਂ ਦੀ ਮਾਫੀ ਪ੍ਰਾਪਤ ਕਰੋ ਤਾਂ ਜੋ ਅਸੀਂ ਇਕੱਠੇ ਸਵਰਗ ਜਾ ਸਕੀਏ। ਮੈਂ ਤੁਹਾਨੂੰ ਸਾਰਿਆਂ ਨੂੰ, ਜਿਨ੍ਹਾਂ ਨੂੰ ਪਹਿਲਾਂ ਬੁਲਾਇਆ ਗਿਆ ਹੈ, ਸਾਰਿਆਂ ਲੋਕਾਂ ਦੀ ਅਗਵਾਈ ਕਰਨ ਲਈ ਇਮਾਨਦਾਰੀ ਨਾਲ ਕਹਿੰਦਾ ਹਾਂ ਤਾਂ ਜੋ ਤੋਬਾ ਕਰਨ ਵਾਲੇ ਲੋਕ ਸੱਚਾਈ ਦੇ ਇਸ ਪਵਿੱਤਰ ਸਥਾਨ ਵਿੱਚ ਵਾਪਸ ਆ ਸਕਣ। ਇਸ ਦੁਆਰਾ ਮੈਂ ਉਹ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।